ਇਲਾਕਾ ਸਾਡਾ ਹੈ ਇਸਲਾਮਾਬਾਦ ਤੇ ਪਿੰਡ ਮਟੋਕ ਮੱਖਣਾ। ਮਟੂ ਮੱਖਣਾ। ਹਾਂਜੀ ਠੀਕ ਹੋ। ਡੇਰਾ ਇਕੱਠਾ ਹੀ ਹੈ ਸਾਰਾ ਇੱਕ ਹੀ। ਤੇ ਇਸ ਪੂਰੇ ਡੇਰੇ ਤੇ ਮਾਸ਼ਾਅੱਲਾ ਕਿੰਨੇ ਜਾਨਵਰ ਨੇ, ਛੋਟੇ ਵੱਡੇ, ਜਾ ਗਾਵਾਂ ਮੱਝਾਂ ਸਾਰੇ ਪਾ ਕੇ? ਇਹ ਤਕਰੀਬਨ 100 ਦੇ ਨੇੜੇ ਮੇਰੇ ਕਿਤੇ ਉੱਥੇ ਅਸਾਂ ਗਿਣੇ ਕਦੇ ਨਹੀਂ ਇਹ ਜਾਨਵਰ ਜਿਹੜੇ ਠੀਕ। ਕਿੰਨੇ ਨੇ ਆਪਣੇ ਮਾਸ਼ਾਅੱਲਾ ਇਹਨੇ ਗਿਣੇ ਨਹੀਂ ਕਦੀ। ਨਹੀਂ ਨਹੀਂ ਉਹ 15 ਰੁਪਏ ਰੇਟ ਡੇਰੇ ਦਾ ਹੈ, ਉਹ ਹੈ ਹੂੰ। ਚੌਥੇ ਮਹੀਨੇ ਚ। ਅੱਛਾ ਤੇ 117 ਰੁਪਏ ਅਸੀਂ ਲੈ ਕੇ ਦਿੰਦੇ ਹਾਂ ਉੱਥੇ ਦੁਕਾਨ ਤੇ, 2 ਰੁਪਏ ਸਾਨੂੰ ਉਹ ਦਿੰਦੇ ਨੇ ਖਰਚਾ ਦੁਕਾਨ ਠੀਕ ਹੈ। ਪੈਟਰੋਲ ਦਾ। ਠੀਕ ਹੈ। ਅਸੀਂ 117 ਉੱਥੇ ਲੈ ਕੇ ਦਿੰਦੇ ਹਾਂ। ਇਹ ਪੂਰੇ ਤੁਹਾਡੇ ਵਾੜੇ ਦਾ, ਪੂਰੀ ਤਰੰਡੀ ਦਾ ਕਿੰਨਾ ਦੁੱਧ ਹੁੰਦਾ ਹੈ? ਦੁੱਧ ਤਕਰੀਬਨ ਸਾਰੇ ਡੇਰਿਆਂ ਦਾ 3-4 ਭਰਾਵਾਂ 14-15 ਮਣ ਦੁੱਧ ਬੰਦਾ ਹੈ। ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ। ਭਾਈਜਾਨ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਜਨਾਬ। ਆਪਣਾ ਨਾਮ ਦੱਸਿਓ। ਮੇਰਾ ਨਾਮ ਮੱਖਣ ਗੁੱਜਰ। ਕਿਹੜਾ ਇਲਾਕਾ, ਕਿਹੜਾ ਪਿੰਡ, ਕਿਹੜਾ ਸ਼ਹਿਰ? ਇਲਾਕਾ ਸਾਡਾ ਹੈ ਇਸਲਾਮਾਬਾਦ ਤੇ ਪਿੰਡ ਮਟੋਕ ਮੱਖਣਾ। ਮਟੂ ਮੱਖਣਾ। ਹਾਂਜੀ ਠੀਕ ਹੋ ਗਿਆ। ਯਾਨੀ ਤੁਸੀਂ ਇਸਲਾਮਾਬਾਦ ਦੇ ਵਿੱਚ ਮੱਝਾਂ ਦੀ ਫਾਰਮਿੰਗ ਕਰਦੇ ਹੋ ਪਏ? ਇਸਲਾਮਾਬਾਦ ਹੈ ਪਰ ਠੀਕ ਹੈ। ਕਿੰਨੀ ਦੇਰ ਤੋਂ ਕੰਮ ਕਰਦੇ ਹੋ ਪਏ? ਕੰਮ ਤਕਰੀਬਨ ਸਾਡਾ ਇਹ ਬਚਪਨ ਤੋਂ ਇਹੀ ਕੰਮ ਹੈ ਸਾਡਾ ਕੋਲ। ਅਸਾਂ ਤੇ ਹੋਰ ਕੰਮ ਹੀ ਕੋਈ ਨਹੀਂ ਸਾਡੇ ਕੋਲ। ਕੀ ਬਾਤ ਹੈ। ਯਾਨੀ ਹੋਰ ਕੰਮ ਹੀ ਕੋਈ ਨਹੀਂ ਕੀਤਾ। ਜ਼ਰਾ ਪਾਕਿਸਤਾਨੀਆਂ ਨੂੰ ਦੱਸੋ ਹਾਂ ਕਿ ਇਸਲਾਮਾਬਾਦ ਦੇ ਵਿੱਚ ਮੱਝਾਂ ਰੱਖਣਾ ਕਿਸ ਤਰ੍ਹਾਂ ਦਾ ਕੰਮ ਹੈ, ਯਾਨੀ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ? ਇੱਥੇ ਕੋਈ ਮਸਾਇਲ ਤਾਂ ਨਹੀਂ? ਇੱਥੇ ਮਸਾਇਲ ਕੀ ਹੈ, ਇਹ ਹੈ ਕਿ ਅਸੀਂ ਤੇ ਆਪੇ ਕੰਮ ਕਰਨਾ ਹੁੰਦਾ ਹੈ, ਨੌਕਰ ਕੋਈ ਰੱਖਣਾ ਨਹੀਂ। ਹੂੰ। ਘਰ ਆਪਣਾ ਬਾਲ ਬੱਚਾ ਜਿਹੜਾ ਇਹ ਕੰਮ ਕਰਦਾ ਹੈ ਤੇ ਇਹ ਮਾਲ ਨੂੰ ਪੱਠਾ ਛੱਟਾ ਪਾਣਾ ਲਿਆ ਕੇ ਤੇ ਦਾਲ ਰੋਟੀ ਆਪਣੀ ਚੱਲੀ ਹੈ, ਉਹ ਰਸਾਂ ਧੰਦਾ ਕੋਈ ਕਰਦੇ ਨਹੀਂ। ਠੀਕ ਹੈ। ਸੋਹਣਾ ਕੰਮ ਚੱਲਦਾ ਪਿਆ। ਸਾਨੂੰ ਕੰਮ ਅਸਾਂ ਹੋਰ ਕੰਮ ਹੀ ਨਹੀਂ ਹੁੰਦਾ। ਕਿੰਨੇ ਬੰਦੇ ਕੰਮ ਕਰਦੇ ਪਏ? ਅਸਾਂ ਬੰਦੇ 2 ਭਰਾ ਵਾਂ ਤੇ 3 ਦੂਏ ਜਿਹੜੇ ਬੱਚੇ ਛੱਚੇ ਨਾਲ। ਅਸਾਂ ਕਦੇ ਨਹੀਂ ਬੱਚੇ ਜਿਹੜਾ ਬੰਦੇ ਕਿੰਨੇ ਕੰਮ ਕਰਦੇ ਨੇ, ਕਿ ਅਸੀਂ ਦਿਹਾੜੀ ਬਜਦੀ ਤੇ ਕਿ ਨਹੀਂ ਬਜਦੀ। ਵੈਸੇ ਉਂਝ ਆਪਣੇ ਜੀ ਕਿੰਨੇ ਤੁਸੀਂ ਕੰਮ ਕਰਦੇ? ਜੀ ਹੁਣ ਤੁਹਾਨੂੰ ਕਿ ਦੱਸੀ, ਅਸੀਂ ਘਰ ਦੇ ਸਾਰੇ ਜੀ ਲੱਗੇ ਹੀ ਰਹਿੰਦੇ ਆ ਦਿਹਾੜੀ। ਜਿਹੜਾ ਆਪਣਾ ਮਾਲ ਧੰਦਾ ਕੀਆ, ਰੋਟੀ ਖਾਧੀ ਤੇ ਲੇਟ ਰਿਹਾ, ਉੱਠ ਕੇ ਫਿਰ ਚੁਆਈ ਕੀਤੀ, ਦੁੱਧ ਲੈ ਕੇ ਟੋਰ ਦਿੱਤਾ ਗੱਡੀ, ਬਸ। ਜ਼ਬਰਦਸਤ। ਯਾਨੀ ਕਿ ਤੁਸੀਂ ਪੂਰੇ ਜਿਹੜੀ ਤੁਹਾਡੀ ਫੈਮਿਲੀ ਹੈ ਉਹਦਾ ਬਿਜ਼ਨਸ ਹੀ ਹੈ ਵੇ, ਇੱਥੋਂ ਹੀ ਸਾਰਾ ਗੁਜ਼ਾਰਾ ਹੁੰਦਾ ਹੈ? ਇੱਥੇ ਹੀ ਗੁਜ਼ਾਰਾ। ਹੋਰ ਅਗਰ ਘਰ-ਬਾਰ ਬਣਾਉਣਾ ਹੈ, ਸ਼ਾਦੀਆਂ ਕਰਨੀਆਂ ਨੇ ਜਾਂ ਕੋਈ ਵੀ ਤੁਸੀਂ ਕੰਮ ਕਰਨਾ ਹੈ, ਉਹ ਜਾਨਵਰਾਂ ਤੋਂ ਹੀ ਕਰਨਾ ਹੈ? ਜਾਨਵਰਾਂ ਤੋਂ ਹੀ। ਹੋਰ ਸਾਡੇ ਕੋਲ ਹੈ ਹੀ ਨਹੀਂ। ਜੇ ਕੋਈ ਔਖਾ ਸਗਲਾ ਹੋਇਆ ਤੇ ਆਪਣਾ ਕੋਈ ਜਾਨਵਰ ਵੇਚ ਲਿਆ ਤੇ ਵੱਡਾ ਤੇ ਆਪਣਾ ਕੰਮ ਨਿਭਾ ਲਿਆ। ਹੋਰ ਸਾਡੇ ਕੋਲ ਹੋਰ ਧੰਦਾ ਹੀ ਕੋਈ ਨਹੀਂ। ਮਾਸ਼ਾਅੱਲਾ ਕਿੰਨੇ ਜਾਨਵਰ ਨੇ ਤੁਹਾਡੇ ਕੋਲ ਸਾਰੇ ਇਸ ਟਾਈਮ? ਸਾਰੇ ਜਾਨਵਰ ਅਸਾਂ ਦੇ ਭਰਾ ਨੇ 2-3 ਵੱਖਰੇ ਵੱਖਰੇ, ਸਾਰਿਆਂ ਦੇ 30-40 ਜਾਨਵਰ ਨੇ ਵੱਖਰੇ ਵੱਖਰੇ। ਟੋਟਲ ਕਿੰਨੇ ਹੋ ਗਏ? 4 ਭਰਾਵਾਂ ਅਸੀਂ। ਠੀਕ ਹੈ। ਕਿਸੇ ਕੋਲ 30 ਨੇ, ਕਿਸੇ ਕੋਲ 20 ਨੇ, ਕਿਸੇ ਕੋਲ 40 ਨੇ, ਬਸ ਇਸੇ ਤਰ੍ਹਾਂ 4 ਭਰਾ। ਲੇਕਿਨ ਡੇਰਾ ਤਾਂ ਇਕੱਠਾ ਹੀ ਹੈ ਨਾ? ਡੇਰਾ ਇਕੱਠਾ ਹੀ ਹੈ ਸਾਰਾ ਇੱਕ ਹੀ। ਤੇ ਇਸ ਪੂਰੇ ਡੇਰੇ ਤੇ ਮਾਸ਼ਾਅੱਲਾ ਕਿੰਨੇ ਜਾਨਵਰ ਨੇ, ਛੋਟੇ ਵੱਡੇ, ਜਾ ਗਾਵਾਂ ਮੱਝਾਂ ਸਾਰੇ ਪਾ ਕੇ? ਇਹ ਤਕਰੀਬਨ 100 ਦੇ ਨੇੜੇ ਮੇਰੇ ਕਿਤੇ ਉੱਥੇ ਅਸਾਂ ਗਿਣੇ ਕਦੇ ਨਹੀਂ ਇਹ ਜਾਨਵਰ ਜਿਹੜੇ ਕਿੰਨੇ ਨੇ ਆਪਣੇ ਮਾਸ਼ਾਅੱਲਾ ਇਹਨੇ ਗਿਣੇ ਨਹੀਂ ਕਦੀ। ਨਹੀਂ ਨਹੀਂ। ਠੀਕ ਹੋ ਗਿਆ। ਅੱਛਾ, ਉਹਦੇ ਇਸਲਾਮਾਬਾਦ ਵਿੱਚ ਦੁੱਧ ਦੀ ਡਿਮਾਂਡ ਕੈਸੀ ਹੈ? ਸੁਣਿਆ ਇੱਥੇ ਬੜੀ ਡਿਮਾਂਡ ਹੈ ਦੁੱਧ ਦੀ। ਦੁੱਧ ਦੀ ਡਿਮਾਂਡ ਜਿਹੜਾ ਹੈ ਨਾ 115 ਰੁਪਏ ਰੇਟ ਡੇਰੇ ਦਾ ਹੈ, ਉਹ ਹੈ ਹੂੰ। ਚੌਥੇ ਮਹੀਨੇ ਚ। ਅੱਛਾ। ਤੇ 117 ਰੁਪਏ ਅਸੀਂ ਲੈ ਕੇ ਦਿੰਦੇ ਹਾਂ ਉੱਥੇ ਦੁਕਾਨ ਤੇ, 2 ਰੁਪਏ ਸਾਨੂੰ ਉਹ ਦਿੰਦੇ ਨੇ ਖਰਚਾ ਦੁਕਾਨ ਠੀਕ ਹੈ। ਪੈਟਰੋਲ ਦਾ। ਠੀਕ ਹੈ। ਅਸੀਂ 117 ਉੱਥੇ ਲੈ ਕੇ ਦਿੰਦੇ ਹਾਂ ਯਾਨੀ 1 ਕਿਲੋ ਪਿੱਛੇ? ਕਿਲੋ ਪਿੱਛੇ। ਤੇ ਮੱਝਾਂ ਗਾਵਾਂ ਦਾ ਮਿਕਸ। ਠੀਕ ਹੈ। ਵੈਸੇ ਗਾਵਾਂ ਕਿੰਨੀਆਂ ਤੁਹਾਡੇ ਕੋਲ? ਗਾਵਾਂ ਤਕਰੀਬਨ 10-12 ਹੀ ਨੇ, ਮੱਝਾਂ ਜ਼ਿਆਦਾ ਨੇ। ਗਾਵਾਂ ਦਾ ਜਿਹੜਾ ਨਸਲ ਹੈ ਉਹ ਕਿਹੜੀ ਨਸਲ ਹੈ? ਅਸਾਂ ਗਾਵਾਂ ਜਿਹੜੀਆਂ ਨੇ ਰੱਖਣੀਆਂ, ਇਹ ਆਮ ਜਿਹੜੀ ਇਹਨੇ ਕਰਾਸ ਗਾਂ ਰੱਖੀ ਜੀ, ਜਿਹੜੀ ਗਰਮੀ ਨਾ ਕਰੇ। ਇਹ ਫਰੀਜ਼ੀਅਨ ਸਾਈ ਵਾਲੀ ਕਰਾਸ ਜਾਂ ਫਿਰ ਕੋਈ ਹੋਰ? ਸਹੀ ਵਾਲੀ ਕਰਾਸ। ਠੀਕ ਹੈ। ਯਾਨੀ ਵਲੈਤੀ ਦੇ ਨਾਲ ਸਾਈ ਵਾਲੀ ਕਰਾਸ ਕਰ ਹਾਂ ਲੈਂਦੇ, ਜੀ। ਉਹਦਾ ਰਿਜ਼ਲਟ ਬੜਾ ਅੱਛਾ ਹੈ। ਉਹੀ ਰੱਖੀ ਦੀਆਂ ਨੇ ਸਾਹਮਣੇ ਤੁਹਾਡੇ। ਅਸਾਂ ਹੋਰ ਗਾਵਾਂ ਜਿਹੜੀਆਂ ਨੇ ਨਾ ਵਲੈਤੀ ਪੇਵਰ, ਉਹ ਅਸੀਂ ਨਹੀਂ ਰੱਖਦੇ। ਉਹ ਸਾਡੇ ਕੋਲ ਗਰਮੀ ਹੈ, ਉਹ ਸਾਡੇ ਕੋਲ ਗਰਮੀ ਚ ਆ ਕੇ ਉਹ ਬਿਲਕੁਲ ਖਤਮ ਹੋ ਜਾਂਦੀ। ਠੀਕ ਹੋ ਗਿਆ। ਸਾਡੇ ਕੋਲ ਇਤਨੀ ਦੇਖਭਾਲ ਨਹੀਂ ਹੋ ਸਕਦੀ ਕਿ ਜਿਹੜਾ ਉਹਨੂੰ। ਸਰ, ਬੜੀ ਜ਼ਿੰਮੇਵਾਰੀ ਨਾਲ ਗੱਲ ਦੱਸਣੀ ਜੇ ਕਿ ਮੱਝਾਂ ਦੇ ਵਿੱਚ ਜ਼ਿਆਦਾ ਫਾਇਦਾ ਹੈ ਜਾਂ ਗਾਵਾਂ 'ਚ? ਯਾ ਸਾਨੂੰ ਤੇ ਮੱਝਾਂ ਤੇ ਗਾਵਾਂ ਜਿਹੜੀਆਂ ਨੇ ਨਾ ਬਰਾਬਰ ਹੀ ਨੇ, ਲੇਕਿਨ ਇਹ ਕਿ ਗਾਵਾਂ ਹੀ ਜ਼ਿਆਦਾ ਫਾਇਦਾ ਹੈ। ਗਾਵਾਂ ਜਿਹੜਾ ਨਾ, ਗਾਵਾਂ ਦਾ ਮੇਲ ਜ਼ਿਆਦਾ ਹੈ, ਲੰਮਾ ਹੈ। ਹੂੰ। ਮੱਝ ਦਾ ਮੇਲ ਇਹ 6-7 ਮਹੀਨੇ ਮਿਲੀ, ਹੂੰ। ਦੁੱਧ ਜੇ ਰਲ ਗਈ ਉਹ ਮੁੜ ਕੇ ਤੇ ਸੁੱਕ ਜਾਣਾ ਉਹਨੇ। ਹੂੰ। ਇਹ ਤਾਂ ਗਾਂ ਦਾ ਇਹ ਕਿ ਇਹਨੇ ਸੁੱਕਣਾ ਕੋਈ ਨਹੀਂ। ਠੀਕ ਹੈ। ਸੂਣ ਤੱਕ ਦੁੱਧ ਦੇਣਾ? ਸੂਣ ਤੱਕ ਦੁੱਧ ਦੇਣਾ। ਤੇ ਫਿਰ ਤੁਸੀਂ ਮੱਝਾਂ ਹੀ ਕਿਉਂ ਰੱਖੀਆਂ ਨੇ? ਫਿਰ ਸਾਰੀਆਂ ਗਾਵਾਂ ਰੱਖ ਲੈਂਦੇ? ਸਾਰੀਆਂ ਗਾਵਾਂ ਦੀ ਜਿਹੜਾ ਗਾਵਾਂ ਦਾ ਦੁੱਧ ਖਾਲੀ ਚੱਲਦਾ ਨਹੀਂ ਨਾ। ਯਾਨੀ ਇਹ ਮਸਲਾ ਫਿਰ ਪੂਰੇ ਪਾਕਿਸਤਾਨ ਦੇ ਵਿੱਚ ਹੀ ਹੈ? ਹਾਂ। ਬਾਹਰ ਦੀ ਦੁਨੀਆ ਜਿਹੜੀ ਹੈ ਉਹ ਗਾਂ ਦਾ ਦੁੱਧ ਬੜੇ ਸ਼ੌਕ ਨਾਲ ਪੀਂਦੀ। ਅਸੀਂ ਪੰਜਾਬ ਦੇ ਬੜੇ ਸਾਰੇ ਸ਼ਹਿਰ ਫਿਰੇ ਨੇ, ਹਰ ਪਾਸੇ ਲੋਕਾਂ ਨੇ ਇਹੀ ਕਿਹਾ ਜੀ ਖਾਲੀ ਗਾਵਾਂ ਦਾ ਦੁੱਧ ਨਹੀਂ ਲੱਗਦਾ। ਨਹੀਂ ਨਾ ਚੱਲਦਾ, ਖਾਲੀ ਗਾਵਾਂ ਦਾ ਚੱਲਦਾ ਹੈ, ਰੇਟ ਘੱਟ ਦਿੰਦੇ ਨੇ ਫਿਰ। ਠੀਕ ਹੈ। ਫਿਰ ਉਹਦਾ ਰੇਟ ਨਾ 90 ਰੁਪਏ 100 ਰੁਪਏ ਲਾਣਾ, ਤਕਰੀਬਨ 20-25 ਰੁਪਏ ਰੇਟ ਘੱਟ ਦਿੰਦੇ ਨੇ।
ਤੇ ਜਿਹੜਾ ਮਿਕਸ ਕਰਕੇ ਵੇਚਦੇ ਹੋ ਉਹਦੇ 'ਚ ਤਾਂ ਰੇਟ ਤੁਹਾਨੂੰ ਉਹੀ ਬਰਾਬਰ ਉਹ ਮਿਲ ਜਾਂਦਾ? ਉਹ ਬਰਾਬਰ ਹੀ ਉਹ ਅਸੀਂ ਮਿਕਸ ਹੈ ਕਿ ਤਕਰੀਬਨ 2 ਹਿੱਸਾ ਮੱਝਾਂ ਦਾ ਤੇ 1 ਹਿੱਸਾ ਗਾਂ ਦਾ ਹੁੰਦਾ ਹੈ। ਠੀਕ ਹੋ ਗਿਆ। ਠੀਕ ਹੈ, ਮਨ ਵਾਲੀ ਟੈਂਕੀ ਦੁੱਧ 10-15 ਕਿਲੋ 10 ਕਿਲੋ 12 ਕਿਲੋ ਗਾਂ ਦਾ ਹੁੰਦਾ, ਦੂਆ ਮੱਝਾਂ ਦਾ ਹੁੰਦਾ ਸਾਰਾ। ਤੂੜੀ ਦਾ ਕੀ ਕਰਦੇ ਹੋ? ਤੂੜੀ ਕਿੱਥੋਂ ਲੈਂਦੇ ਹੋ? ਤੂੜੀ ਅਸਾਂ ਡਾਲ ਤੋਂ ਪਾਣੀ ਹੁੰਦੀ ਹੈ। ਉਹ ਸੁਣਿਆ ਉਹ ਤੇ ਬੜੀ ਗੰਦੀ ਹੁੰਦੀ, ਵਿੱਚ ਗੰਦ ਹੁੰਦਾ, ਵੱਟੇ ਵੀ ਹੁੰਦੇ ਨੇ, ਮਿੱਟੀ ਵੀ ਗਾਂ ਦੇ ਤੇ ਫਿਰ ਹੁੰਦਾ ਹੀ ਆ, ਉਹ ਲਿਆਂਦੇ ਨੇ ਹੁਣ ਉੱਥੋਂ ਪੰਜਾਬ ਦੀ ਆਂਦੀ ਹੈ, ਫਤਿਹ ਜੰਗ ਦੀ ਆਂਦੀ ਹੈ, ਮੁਖਤਲਿਫ ਸ਼ਹਿਰਾਂ ਦੀ ਤੂੜੀ ਆਂਦੀ ਹੈ। ਅਸਾਂ ਬੋਰੇ ਆਉਣੇ ਤੇ ਤੂੜੀ ਪਈ ਹੈ ਖੁੱਲੀ ਚ ਸਾਹਮਣੇ। ਅੱਛਾ। ਹੁਣ ਸਵੇਰ ਦੀ ਇਹ ਪਾਈ ਹੈ, ਉੱਤੇ ਨਾਲ ਪੱਠੇ ਛੱਡ ਦਿੱਤੇ ਨੇ। ਚਰੀ ਸੁੱਟੀ ਤੋਂ ਹਾਂ ਨਹੀਂ ਮਕਈ ਹੈ, ਮਕਈ। ਅੱਛਾ ਮਕਈ ਹੈ, ਇਹ ਮਕਈ ਹੈ। ਠੀਕ ਹੈ। ਤੇ ਜਿਹੜੀ ਪੈਲੀ ਪੁਲੀ ਉਹ ਤੁਹਾਡੀ ਆਪਣੀ ਨਹੀਂ ਹੈ? ਨਹੀਂ ਸਾਡੇ ਕੋਲ ਕੋਈ ਨਹੀਂ, ਸਾਡੇ ਕੋਲ ਇਹ ਜਿਹੜਾ ਵਾੜਾ ਹੈ ਜਿਹੜਾ ਆਪਣਾ, ਇਹ ਬਸ ਥੋੜਾ ਜਿਹਾ ਬਸ। ਜਿਹੜਾ ਇੱਕ ਗੱਠ ਤੁਸੀਂ ਲਿਆਂਦੇ ਹੋ ਤੂੜੀ ਦੀ, ਇੱਥੇ ਇਸਲਾਮਾਬਾਦ 'ਚ ਕਿੰਨੇ ਰੁਪਏ ਦੀ ਲੱਭਦੀ ਹੋ? ਇਹ 650 ਰੁਪਏ ਮਣ ਹੈ। ਬੜਾ ਰੇਟ ਹੈ। ਹਾਂਜੀ, ਆਮ ਪੰਜਾਬ ਦੇ ਵਿੱਚ 400 300 ਦੀ ਵੀ ਲੱਭ ਜਾਂਦੀ ਹੈ। 300 ਦੀ ਵੀ ਨਹੀਂ, ਇਹ ਗੱਠ ਤੇ 300 ਦੀ ਵੀ ਲੱਭਦੀ ਹੈ, 350 ਦੀ। ਲੇਕਿਨ ਇਹ ਅਸੀਂ ਬੋਰਾ ਲਿਆਂਦੇ ਆ ਮਣ ਦਾ ਪੂਰਾ ਤੋਲ ਕੇ। ਅੱਛਾ। ਉਹ 650 ਰੁਪਏ ਮਣ ਲਿਆਂਦੇ ਆ। ਉਹ ਜਿਹੜਾ ਗੱਠ ਹੁੰਦੀ ਉਹਦੇ ਵਿੱਚ ਜਿਹੜਾ ਬਣਾਇਆ ਹੁੰਦਾ ਉਹਨਾਂ ਨੇ ਬਾਕਸ, ਗੱਠ ਵਾਲਾ ਭੋ ਤੂੜੀ ਅਸੀਂ ਲਿਆਂਦੇ ਹੀ ਨਹੀਂ। ਅੱਛਾ, ਤਕਰੀਬਨ 15-20 ਕਿਲੋ ਤੂੜੀ ਹੁੰਦੀ ਹੈ, 20 ਕਿਲੋ 22 ਕਿਲੋ। ਪੱਠਾ ਕਿਹੜੇ ਭਾਅ ਤੋਂ ਲੱਭਦਾ ਪਿਆ ਤੁਹਾਨੂੰ? ਪੱਠਾ ਦਾ ਰੇਟ ਹੁੰਦਾ ਹੈ ਮੁਖਤਲਿਫ, ਜਿਸ ਟਾਈਮ ਆਮ ਪੱਠਾ ਚੱਲ ਜਾਵੇ ਤੇ ਫਿਰ ਰੇਟ ਘਟ ਜਾਂਦਾ ਹੈ। ਜਿਸ ਟਾਈਮ ਥੋੜਾ ਪੱਠਾ ਸ਼ਾਰਟ ਹੁੰਦਾ ਤੇ ਫਿਰ ਰੇਟ ਚੱਲ ਜਾਂਦਾ। ਇਸ ਟਾਈਮ ਤਕਰੀਬਨ 300 250। ਅੱਜ ਕੱਲ ਚੂੰਕਿ ਨਾਲ ਕੁਰਬਾਨੀ ਦੇ ਜਾਨਵਰਾਂ ਦਾ ਵੀ ਪੱਠਾ ਚਾਹੀਦਾ, ਰੇਟ ਵਧਿਆ ਹੋਏਗਾ। ਰੇਟ ਵੈਸੇ ਇਸ ਤੋਂ ਪਹਿਲੇ ਆਉਣ ਤੇ ਰੇਟ ਕੁਰਬਾਨੀ ਦੇ ਜਾਨਵਰ ਆਉਣ ਨਾਲ ਵੀ ਰੇਟ ਡਾਊਨ ਹੈ। ਪਹਿਲੇ ਤੇ 300 350 ਰੁਪਏ ਮਣ ਪੱਠਾ ਸੀ। ਮਣ ਪੱਠਾ ਸੀ। ਹਾਂ, ਹੁਣ 250 ਹੋਇਆ ਹੈ, 270 80। ਬਸ ਇਹ ਕਿ ਮਾਂ ਪੱਠਾ ਆ ਜਾਵੇ, ਜ਼ਿਆਦਾ ਹੋ ਜਾਵੇ ਤੇ ਘਟ ਜਾਂਦਾ ਜੀ। ਤੇ ਜਿਹੜੀ ਤੁਹਾਡੀ ਦੁੱਧ ਦੇਣ ਵਾਲੀ, ਚੰਗਾ ਦੁੱਧ ਦੇਣ ਵਾਲੀ ਮੱਝ ਹੈ, ਨਹੀਂ ਉਹਨੂੰ ਕਿਹੜਾ ਤੁਸੀਂ ਵੰਡਾ ਪਾਉਂਦੇ ਹੋ? ਅਸੀਂ ਕੋਈ ਵੰਡਾ ਨਹੀਂ ਪਾਉਂਦੇ, ਕੋਈ ਚੀਜ਼ ਦੁਨੀਆ ਦੀ ਇਸਤੇਮਾਲ ਨਹੀਂ ਕਰਨੀ। ਅਸਾਂ ਸਾਰਾ ਨੁਕਸਾ ਦੇਸੀ ਇਸਤੇਮਾਲ ਕਰਨਾ ਹੈ। ਕਿਹੜਾ ਕਿਹੜਾ? ਬਸ ਪੱਠੇ ਪਾਣੇ ਨੇ, ਤੂੜੀ ਪਾਣੀ ਹੈ, ਤੇ ਜਿਹੜਾ ਸ਼ੁਰੂ ਤੋਂ ਚੱਲਿਆ ਆਇਆ ਮਾਲ ਵੰਡੇ ਨੇ, ਰੋਟੀਆਂ ਤੇ ਖਾਲ। ਅਸਾਂ ਇਹ ਚੀਜ਼ ਪਾਣੀ। ਰੋਟੀਆਂ ਤੇ ਚੰਦਰੀ ਘਰ ਜਾਂਦੇ ਨੇ? ਚੰਦਰੀ ਸਾਡੇ ਡੰਗਰਾਂ ਨੂੰ ਚੰਦਰੀ ਨਹੀਂ ਕਰਦਾ ਮਾਲ। ਰੋਟੀਆਂ ਅਸਾਂ ਦੇ ਡੰਗਰਾਂ ਨੂੰ ਦੇਣੇ ਆ ਤੇਲ ਸ਼ੇਲ, ਮਰਚਾਂ ਦਿੱਤੀਆਂ 8 ਦਿਨਾਂ ਬਾਅਦ 10 ਦਿਨਾਂ ਬਾਅਦ ਤੇਲ ਦੇ ਦਿੱਤਾ, ਮਰਚਾਂ ਨਾਲ ਦੇ ਦਿੱਤੀਆਂ। ਚੰਦਰੀ ਸ਼ੰਦਰੀ ਕੋਈ ਨਹੀਂ ਕਰਦਾ। ਫਿਰ ਸਰ ਤੁਹਾਡੇ ਜਿਹੜੇ 100 ਜਾਨਵਰ ਨੇ ਉਹਨਾਂ ਦਾ ਮਾਸ਼ਾਅੱਲਾ ਡੇਲੀ ਦਾ ਕਿੰਨਾ ਦੁੱਧ ਹੁੰਦਾ ਹੈ? ਦੁੱਧ ਤਾਂ ਤਕਰੀਬਨ ਸਾਡੇ ਕੋਲ ਜਿਹੜਾ ਹੈ ਨਾ ਮਾਲ ਅਸਾਂ ਰੱਖਿਆ ਹੁੰਦਾ ਸਾਰਾ ਵਿੱਚ ਤਾਜ਼ੀ ਮੱਝ, ਤਾਜ਼ੀਆਂ ਨਹੀਂ ਹੁੰਦੀਆਂ। ਜ਼ਾਹਰ ਹੈ ਖਾਂਗੜੀਆਂ ਵੀ ਹੁੰਦੀਆਂ ਨੇ, ਲਹਿਰੀਆਂ ਵੀ ਹੁੰਦੀਆਂ, ਨਸੀਆਂ ਭਜੀਆਂ ਵੀ ਗੱਬਣੀਆਂ ਵੀ ਹੁੰਦੀਆਂ ਨੇ, ਲਿਆਰੀਆਂ ਵੀ ਨੇ, ਸਾਰੇ ਪੂਰੇ ਤੁਹਾਡੇ ਵਾੜੇ ਦਾ, ਪੂਰੀ ਤਰੰਡੀ ਦਾ ਕਿੰਨਾ ਦੁੱਧ ਹੁੰਦਾ ਹੈ? ਦੁੱਧ ਤਕਰੀਬਨ ਸਾਰੇ ਡੇਰਿਆਂ ਦਾ 3-4 ਭਰਾਵਾਂ 14-15 ਮਣ ਦੁੱਧ ਬੰਦਾ ਹੈ ਇੱਕ ਦਿਨ ਦਾ। ਇੱਕ ਦਿਨ ਦਾ। ਤੇ ਰੇਟ ਤੁਸੀਂ ਕੀ ਇੱਥੇ ਤੁਹਾਨੂੰ ਦੱਸਿਆ, ਜਿਹੜਾ ਆਮ ਤੌਰ ਤੇ ਦੁਕਾਨਾਂ ਤੇ ਉਹ 130 ਹੈ, ਖਾਲਸ ਦਾ 140 ਵੀ ਜਾਂਦਾ? ਖਾਲਸ ਦਾ ਦੁੱਧ ਰੇਟ ਜਿਹੜਾ ਡੇਰਿਆਂ ਤੋਂ ਚੁੱਕਦੇ ਨਾ ਲੋਕ, ਉਹ 115 ਰੁਪਏ ਚੁੱਕ ਰਹੇ ਨੇ। ਠੀਕ ਹੈ। ਅੱਛਾ ਸਰ, ਤੁਹਾਂ ਰੇਟ ਵੀ ਦੱਸ ਦਿੱਤਾ ਹੈ, ਪੱਠਿਆਂ ਦੇ ਬਾਰੇ 'ਚ ਵੀ ਦੱਸ ਦਿੱਤਾ ਹੈ, ਔਰ ਜਗ੍ਹਾ ਵੀ ਤੁਹਾਂ ਦੱਸ ਦਿੱਤੀ ਹੈ। ਇੱਕ ਬੜੀ ਅਹਿਮ ਗੱਲ ਹੈ ਕਿ ਇਸਲਾਮਾਬਾਦ ਚੂੰਕਿ ਕੈਪੀਟਲ ਹੈ ਪੂਰਾ ਪਾਕਿਸਤਾਨ ਦਾ, ਦਾਰੁਲ ਹਕੂਮਤ ਹੈ, ਮੇਨ ਸ਼ਹਿਰ ਹੈ, ਇੱਥੇ ਰਹਿ ਕੇ ਅਗਰ ਕਿਸੇ ਬੰਦੇ ਨੇ ਡੰਗਰ ਰੱਖਣੇ ਨੇ, ਫਾਰਮਿੰਗ ਕਰਨੀ ਹੈ, ਕੋਈ ਮਸਾਇਲ ਵੀ ਹੈ ਨਾ ਇੱਥੇ? ਮਿਸਾਲ ਇਹ ਹੈ ਕਿ ਹੁਣ ਆਪਣੀ ਮਿਸਾਲ ਤਾਂ ਉਹ ਆਪਣੇ ਡੰਗਰ ਆਪਣੇ ਲਿਆ ਕੇ ਇੱਥੇ ਬੰਨੇਗਾ, ਆਪਣਾ ਉਹ ਕਾਰੋਬਾਰ ਕਰੇਗਾ, ਉਹ ਸਮਝਾ ਹੋਵੇਗਾ, ਮਾਲ ਨੂੰ ਡੰਗਰ ਨੂੰ ਸਮਝਾ ਹੋਵੇਗਾ, ਤੇ ਆਪਣਾ ਕੰਮ ਚਲਾਈ ਜਾਣਾ ਹੈ। ਜੇ ਨਾ ਸਮਝ ਹੋਵੇਗਾ ਤਾਂ ਇੱਕ ਵਾਰੀ ਤਾਂ ਉਹਨੇ ਮਾਰ ਖਾਣੀ ਹੈ, ਫਿਰ ਉੱਠਣਾ ਹੈ। ਮੱਝ ਨੂੰ ਦੇਣਾ ਲੈਣਾ, ਮੱਝ ਨੂੰ ਰਾਸ਼ਨ ਪਾਣਾ, ਮੱਝ ਨੂੰ ਤੇਲ ਤਮਾਕੂ ਦੇਣਾ, ਕੀ ਚੀਜ਼ ਦੇਣੀ, ਕੀ ਕਰਨਾ, ਉਹਦੇ ਨਾਲ ਉਹਨੂੰ ਇੱਕ ਬੰਦਾ ਰੱਖਣਾ ਪਵੇਗਾ ਨਾਲ ਜੀ, ਜਿਹੜਾ ਉਹਨੂੰ ਦੱਸਣ ਵਾਲਾ ਹੈ, ਇਸ ਤਰ੍ਹਾਂ ਮੱਝ ਪਾਲਣੀ ਹੈ, ਇਹ ਕਰਨਾ, ਇਹ ਦੇਣਾ, ਇਸ ਤਰ੍ਹਾਂ ਮੱਝ ਦੁੱਧ ਦੇਗੀ। ਠੀਕ ਹੈ। ਉਹ ਇਸ ਤਰ੍ਹਾਂ ਉਹ ਕਰੇਗਾ ਤੇ ਤਾਂ ਉਹਨਾਂ ਨੇ ਜਾ ਕੇ ਤੇ ਕਾਮਯਾਬ ਹੋਣਾ ਨਹੀਂ। ਜੇ ਨਵਾਂ ਬੰਦਾ ਆ ਕੇ ਬਹਿ ਜਾਵੇ, ਜਿਹੜਾ ਮੈਂ ਮੱਝਾਂ ਰੱਖ ਕੇ ਬਹਿ ਜਾਵਾਂ, ਤੇ ਉਹ ਤੇ ਕਾਮਯਾਬ ਨਹੀਂ ਨਾ ਹੋ ਸਕਦਾ। ਜੀ, ਇਹ ਤੇ ਤੁਸੀਂ ਓਵਰਆਲ ਗੱਲ ਦੱਸੀ ਹੈ ਨਾ, ਮੈਂ ਸਿਰਫ ਇੰਤਜ਼ਾਮੀਆਂ ਦੇ ਹਵਾਲੇ ਨਾਲ, ਜਗ੍ਹਾ ਦੇ ਹਵਾਲੇ ਨਾਲ ਪੁੱਛ ਰਿਹਾ ਸਾਂ ਕਿ ਜਿਸ ਤਰ੍ਹਾਂ ਦੂਸਰੇ ਸ਼ਹਿਰਾਂ ਦੇ ਵਿੱਚ ਮੇਨ ਸ਼ਹਿਰਾਂ 'ਚ ਡੰਗਰ ਨਹੀਂ ਰੱਖਣ ਦਿੰਦੇ, ਜਾਂ ਫਿਰ ਬਾਜ਼ ਔਕਾਤ ਕੋਈ ਹੋਰ ਮਸਾਇਲ ਆ ਜਾਂਦੇ ਨੇ ਉਹਨਾਂ ਦੇ। ਇੱਥੇ ਮਸਾਇਲ ਹੈ ਨਾ, ਇੱਥੇ ਵੀ ਮਾਲ ਪਿੰਡੀ ਵਿੱਚੋਂ ਸ਼ਹਿਰ ਵਿੱਚ ਬਾਹਰ ਹੈ। ਠੀਕ ਹੈ। ਇਸਲਾਮਾਬਾਦ ਵਿੱਚ ਵੀ ਮਾਲ ਕੋਈ ਨਹੀਂ ਰੱਖਣ ਦਿੰਦੇ, ਯਾਨੀ ਇਹ ਸਾਈਡ ਵਾਲੇ ਇਲਾਕੇ ਨੇ, ਇਹ ਤੇ ਸਾਈਡ ਵਾਲਾ ਇਲਾਕਾ ਹੈ ਨਾ। ਤੇ ਇਸ ਤੋਂ ਇਲਾਵਾ ਤਾਂ ਕੋਈ ਮਸਲਾ ਨਹੀਂ ਇੱਥੇ? ਨਹੀਂ, ਇਸ ਤੋਂ ਇਲਾਵਾ ਤਾਂ ਕੋਈ ਮਸਲਾ ਨਹੀਂ। ਪੱਠਾ ਪੁੱਠਾ ਵੀ ਲੱਭ ਜਾਂਦਾ ਹੈ? ਪੱਠਾ ਵੀ ਲੱਭ ਜਾਂਦਾ ਹੈ, ਮਹਿੰਗਾ ਹੁੰਦਾ ਹੈ, ਕਦੇ ਸਸਤਾ ਹੁੰਦਾ ਹੈ, ਕਦੇ ਮਹਿੰਗਾ ਹੁੰਦਾ ਹੈ, ਲੱਭਦਾ ਹੈ। ਅੱਛਾ, ਬੜੀ ਇੱਕ ਅਹਿਮ ਗੱਲ ਹੈ, ਦੱਸੋ ਕਦੀ ਤੁਹਾਡਾ ਦੁੱਧ ਜਿਹੜਾ ਨਾ 14-15 ਮਣ ਤੋਂ ਦੱਸਿਆ, ਤੇ ਉਹ ਪਿਆ ਰਹਿ ਗਿਆ ਹੋਏ, ਨਾ ਲੱਗਾ ਹੋਏ, ਕਦੀ ਇੰਜ ਹੋਇਆ? ਯਾਰ ਇੰਜ ਤਾਂ ਕਦੇ ਨਹੀਂ ਹੋਇਆ, ਲੇਕਿਨ ਇਹ ਪਿੱਛੇ ਕਰੋਨਾ 'ਚ ਦਿਹਾੜਿਆਂ 'ਚ ਹੋਇਆ ਸੀ।
ਅੱਛਾ हाँ जी। ਓਵਰਆਲ ਵੈਸੇ ਇੱਥੇ ਡਿਮਾਂਡ ਬੜੀ ਹੈ ਦੁੱਧ ਦੀ। हाँ पिछले साल ना कोरोना की वजह से होया सी, फिर काफ़ी मुश्किलात बनी सी। तकरीबन एक महीने का तकरीबन 20 25 30 लाख रुपया नुकसान हो गया सी। ਅੱਛਾ दुध विकया नहीं, कोई मझा नूं पिलांदे सी, कोई 10 20 रुपए, कोई 30 रुपये, कोई 40 रुपये किलो इत्थे लोकां नूं दे के आंदे रहे। ਹੂੰ तकरीबन ਯਾਨੀ महीना ਇਹੋ ਜਿਹੇ ਤੇ ਕਦੀ ਕਦੀ ਮਸਾਇਲ ਬਣਦੇ ਨੇ ਨਾ। ਹਾਂ ਜੀ। ਉਂਝ ਓਵਰਆਲ ਤੁਸੀਂ ਆਪਣੀ ਪੂਰੀ ਜ਼ਿੰਦਗੀ 'ਚ ਵੇਖਿਆ ਕਿ ਇਸਲਾਮਾਬਾਦ 'ਚ ਕਦੀ ਇਹਦੀ ਡਿਮਾਂਡ ਨਹੀਂ ਘਟੀ। नहीं वो डिमांड उस तरह ਜਿਹੜਾ ਨਾ सर्दी गर्मी सर्दियां च आन के जरा ज़्यादा सर्दी होवे महीने दो उस टाइम दुध की डिमांड थोड़ी डाउन होंदी है। ਹੂੰ लेकिन असां दा दुध पक्का लगा ਹੁੰਦਾ ਦੁਕਾਨਾਂ ਤੇ। ਅਸਾਂ ਇਹ ਹੈ ਕਿ ਅਸਾਂ 12 ਮਹੀਨੇ ਉਹਨਾਂ ਨੂੰ ਦੇਣਾ ਹੁੰਦਾ ਹੈ। ਉਹ ਉਹਨਾਂ ਦਾ ਵਿਕੇ ਨਾ ਵਿਕੇ ਉਹਨਾਂ ਉਹ ਸਾਡੇ ਕੋਲ ਪਾਣਾ ਹੁੰਦਾ ਹੈ। ਠੀਕ ਹੋ ਗਿਆ। ਔਰ ਪੈਸੇ ਨਕਦੋ ਨਕਦ ਪੈਸੇ ਨਗਦ ਨਗਦ ਤੁਸੀਂ ਡੇਲੀ ਦੇ ਪੈਸੇ ਨਕਦ ਲੈਂਦੇ ਹੋ ਜਾਂ ਮਹੀਨੇ ਬਾਅਦ? ਨਹੀਂ ਡੇਲੀ ਦੇ ਨਗਦ ਲੈਣੇ। ਜ਼ਬਰਦਸਤ ਤਾਂ ਕਿ ਨਿਜ਼ਾਮੇ ਜ਼ਿੰਦਗੀ ਚੱਲਦਾ ਰਹੇ। ਨਿਜ਼ਾਮ ਮੇ ਜ਼ਿੰਦਗੀ ਅਸਾਂ ਪੱਠੇ ਨਗਦਾਂ ਦੇ ਪਾਣੇ ਹੁੰਦੇ ਨੇ ਲਿਆ ਕੇ ਟਾਲ ਤੋਂ ਤੂੜੀ ਟਾਲ ਤੋਂ ਲਿਆ ਕੇ ਪਾਣੀ ਹੁੰਦੀ ਹੈ। ਠੀਕ ਹੋ ਗਿਆ। ਹੋਰ ਨਿਜ਼ਾਮ ਜਿਹੜਾ ਸਾਡਾ ਸਾਰਾ ਨਗਦ ਨਾਲੇ ਬੱਚੇ ਛੱਚੇ ਨੇ ਸਾਡਾ ਖਰਚਾ ਘਰ ਦਾ ਹਰ ਚੀਜ਼ ਸਾਡੇ ਕੋਲ ਹੋ ਰਿਹਾ ਹੈ। ਕੋਈ ਨਹੀਂ ਧੰਦਾ ਇਸ ਤੋਂ ਬਗੈਰ ਜੇ ਅਸੀਂ ਚਲਾਈਏ। ਆਖਰ ਤੇ ਗੱਲ ਦੱਸੋ ਕਿ ਚੂੰਕਿ ਇੱਥੇ ਦੁੱਧ ਦਾ ਰੇਟ ਵੀ ਜ਼ਿਆਦਾ ਹੈ, ਦੁੱਧ ਦੀ ਡਿਮਾਂਡ ਵੀ ਜ਼ਿਆਦਾ ਹੈ, ਤੇ ਤੁਸੀਂ ਆਪਣੇ ਡੰਗਰ ਵਧਾਉਂਦੇ ਕਿਉਂ ਨਹੀਂ? ਜੇ ਡੰਗਰ ਵਧਾਣੇ ਅਸੀਂ ਆਪਣੇ ਹਿਸਾਬ ਨਾਲ ਵਧਾਣੇ ਹੁੰਦੇ ਨੇ ਨਾ। ਹੂੰ ਜਿਹੜਾ ਜਿਹੜਾ ਅਸੀਂ ਸਾਂਭ ਲਈਏ ਜਿਹੜਾ ਕੀ ਬਾਤ, ਬੜੀ ਸੋਹਣੀ ਗੱਲ ਕੀਤੀ। ਯਾਨੀ ਉਹਨੇ ਕੁ ਰੱਖਦੇ ਹੋ ਜਿੰਨੇ ਕਿ ਤੁਸੀਂ ਸਾਂਭ ਸਕੋ। ਸਾਂਭ ਸਕੇ। ਬਹੁਤੇ ਵੀ ਕਲਾਵੇ ਮਾਰਨ ਨਾਲ ਫਿਰ ਕੰਮ ਖਰਾਬ ਹੁੰਦਾ। ਖਰਾਬ ਹੁੰਦਾ ਫਿਰ ਉਹ ਕਲਾਵੇ ਮਾਰ ਕੇ ਹੁਣ ਅਸੀਂ ਕਿਸ਼ਤਾਂ ਦੇ ਡੰਗਰ ਚੁੱਕ ਕੇ ਭਾਵੇਂ ਦਿਹਾੜੀ ਤੇ ਲਿਆ ਕੇ 100 ਬਣ ਲਈਏ ਇੱਥੇ, ਹੂੰ ਲੇਕਿਨ ਫਿਰ ਉਹ ਉਹਦੀ ਮੁਸ਼ਕਿਲਾਤ ਸਾਂਭ ਨਾ ਜ਼ਿਆਦਾ ਕਰੀਏ, ਉਹਨੂੰ ਸਹੀ ਤਰੀਕੇ ਨਾਲ ਪਾਈਏ ਨਾ, ਫਿਰ ਉਹਨਾਂ ਦੀ ਕਿਸ਼ਤਾਂ ਨਾ ਪੂਰੀਆਂ ਹੋਣ, ਫਿਰ ਤਕਰੀਬਨ ਮੁਸ਼ਕਿਲਾਤ ਜ਼ਿਆਦਾ ਬਣ ਜਾਂਦੇ ਫਿਰ ਤੇ ਉਹ ਕਸਾਈਆਂ ਨਹੀਂ ਵੇਚਣੇ ਪੈਣੇ। ਕਸਾਈਆਂ ਨੇ ਵੇਚਣੇ ਪੈਂਦੇ। ਠੀਕ ਹੋ ਗਿਆ ਜੀ। ਤੁਹਾਂ ਬੜੀ ਅਹਿਮ ਗੁਫ਼ਤਗੂ ਕੀਤੀ ਹੈ। ਮਜ਼ਾ ਆਇਆ ਤੁਹਾਡੀ ਗੱਲਬਾਤ ਸੁਣ ਕੇ। ਔਰ ਸ਼ਾਇਦ ਪਹਿਲੀ ਵਾਰੀ ਅਸੀਂ ਇਸਲਾਮਾਬਾਦ ਦੇ ਕਿਸੇ ਏਰੀਆ 'ਚ ਖਲੋ ਕੇ ਤੇ ਇੰਟਰਵਿਊ ਕਰ ਰਹੇ ਹਾਂ ਕਿਸੇ ਫਾਰਮਰ ਦਾ ਜਿਹੜੇ ਜਾਨਵਰ ਪਾਲ ਰਹੇ ਨੇ, ਔਰ ਬੜਾ ਅੱਛਾ ਲੱਗਿਆ। ਅਸਲਾਮ ਵਾਲੇਕੁਮ, ਜਜ਼ਾਕੱਲਾ ਜੀ। ਵਾਲੇਕੁਮ।